ਇਲੌਨ ਮਸਕ ਤੇ ਟਵਿੱਟਰ। ਆਹ ਹੈ ਇਲੌਨ ਮਸਕ, ਟੈਸਲਾ ਦਾ ਮਾਲਕ, ਅਤੇ ਆਹ ਹੈ ਟਵਿੱਟਰ। ਹੁਣ ਅੱਜ ਕੱਲ੍ਹ ਖਬਰਾਂ 'ਚ ਤੁਹਾਨੂੰ ਇਲੌਨ ਮਸਕ ਵਰਸਸ ਟਵਿੱਟਰ ਦੇ ਨਿਊਜ਼ ਆਰਟੀਕਲ ਅਤੇ ਵੀਡੀਓਜ਼ ਦਿਖਣਗੀਆਂ ਅਤੇ ਨਜ਼ਰ ਮਾਰਦੇ ਹਾਂ ਵੀ ਇਹ ਪ੍ਰੋਬਲਮ ਹੈ ਕੀ। ਕੱਲ੍ਹ ਪਰਸੋਂ ਇਲੌਨ ਮਸਕ ਨੇ ਟਵਿੱਟਰ ਖਰੀਦਣ ਦੀ ਗੱਲ ਕਹੀ। ਉਹਨੇ ਕਿਹਾ ਕਿ ਟਵਿੱਟਰ ਦਾ ਜਿਹੜਾ ਮਾਰਕੀਟ ਪ੍ਰਾਈਸ ਹੈ ਉਦੋਂ 30% ਵੱਧ ਮੈਂ ਆਫਰ ਕਰ ਰਿਹਾ। ਹੁਣ ਇਹ ਚੀਜ਼ ਦੇ ਡਿਫਰੈਂਟ ਰਿਐਕਸ਼ਨਸ ਨੇ, ਡਿਫਰੈਂਟ ਲੋਕਾਂ ਨੇ ਡਿਫਰੈਂਟ ਤਰ੍ਹਾਂ ਦਾ ਆਪਦਾ ਰਿਐਕਸ਼ਨ ਦਿੱਤਾ। ਜਿਹੜਾ ਤਾਂ ਇੰਡੀਅਨ ਮੀਡੀਆ ਉਹ ਤਾਂ ਇਹ ਚੀਜ਼ ਨੂੰ ਹੌਸਟਾਈਲ ਟੇਕ ਓਵਰ ਕਹਿ ਰਿਹਾ। ਹੁਣ ਉਰੇ ਤੁਸੀਂ ਜਿਹੜੀ ਇੰਡੀਅਨ ਮੀਡੀਆ ਦੀ ਵਰਡਿੰਗ ਹੈ ਉਹਨਾਂ ਨੇ ਹੌਸਟਾਈਲ ਵਰਡ ਮਤਲਬ ਕਾਮਨ ਰੱਖਿਆ, ਅਤੇ ਜਿਹੜਾ ਵੈਸਟਰਨ ਮੀਡੀਆ ਉਹ ਇਹ ਚੀਜ਼ ਨੂੰ ਡਿਫਰੈਂਟ ਤਰੀਕੇ ਨਾਲ ਦੇਖ ਰਿਹਾ। ਹੁਣ ਆਪਣਾ ਜਿਹੜਾ ਮੇਨ ਮੋਟਿਵ ਆ ਵੀਡੀਓ ਦਾ, ਆਪਾਂ ਸਿਰਫ ਇਹ ਦੇਖਣਾ ਵੀ ਇਹ ਪ੍ਰੋਬਲਮ ਸ਼ੁਰੂ ਕਿੱਥੋਂ ਹੋਈ ਹੈ ਅਤੇ ਇਹਦਾ ਫਿਊਚਰ 'ਚ ਇੰਡੀਆ ਅਤੇ ਪੰਜਾਬ 'ਤੇ ਕੀ ਇੰਪੈਕਟ ਪੈਂਦਾ ਅਤੇ ਪੰਜਾਬੀਆਂ ਨੂੰ ਆਹ ਚੀਜ਼ ਤੋਂ ਕੀ ਸਿੱਖਣ ਦੀ ਲੋੜ ਹੈ। ਹੁਣ ਪ੍ਰੋਬਲਮ ਸ਼ੁਰੂ ਹੋਈ ਸੀ ਫਰੀਡਮ ਆਫ ਸਪੀਚ ਤੋਂ। ਇਲੌਨ ਮਸਕ ਫਰੀਡਮ ਆਫ ਸਪੀਚ ਦਾ ਵਧੀਆ ਐਡਵੋਕੇਟ ਹੈ, ਠੀਕ ਹੈ। ਉਹਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਫਰੀਡਮ ਆਫ ਸਪੀਚ ਜ਼ਰੂਰੀ ਹੈ, ਡੈਮੋਕ੍ਰੇਸੀ ਵਾਸਤੇ ਫਰੀਡਮ ਆਫ ਸਪੀਚ ਜ਼ਰੂਰੀ ਹੈ। 9% ਸ਼ੇਅਰ ਖਰੀਦਣ ਤੋਂ ਬਾਅਦ ਇਲੌਨ ਮਸਕ ਦਾ ਸਾਰਿਆਂ ਨੂੰ ਪਹਿਲਾ ਟਵੀਟ ਇਹ ਸੀ ਕਿ ਟਵਿੱਟਰ ਦਾ ਜਿਹੜਾ ਆਪਦਾ ਪੋਟੈਂਸ਼ੀਅਲ ਹੈ ਵੀ ਟਵਿੱਟਰ ਗਲੋਬਲ ਡੈਮੋਕ੍ਰੇਸੀ ਅਤੇ ਫਰੀਡਮ 'ਚ ਕੀ ਫਰਕ ਪਾ ਸਕਦਾ, ਵੀ ਟਵਿੱਟਰ ਉਹ ਚੀਜ਼ ਕਰ ਨਹੀਂ ਰਿਹਾ। ਹੁਣ ਗੱਲ ਕਰਦੇ ਹਾਂ ਇਹ ਪੂਰੀ ਟਾਈਮ ਲਾਈਨ ਦੀ, ਇਲੌਨ ਮਸਕ ਵਰਸਸ ਟਵਿੱਟਰ। ਟਵਿੱਟਰ ਖਰੀਦਣ ਤੋਂ ਬਾਅਦ ਉਹਨੇ ਟਵਿੱਟਰ ਦਾ ਬੋਰਡ ਆਫ ਡਾਇਰੈਕਟਰਸ ਜੁਆਇਨ ਕਰਨਾ ਸੀ ਅਤੇ ਪਾਰਸ ਅਗਰਵਾਲ ਜਿਹੜਾ ਕਿ ਟਵਿੱਟਰ ਦਾ CEO ਹੈ। ਹੁਣ ਉਹ ਵੀ ਦੱਸ ਦਈਏ ਕਿ ਪਾਰਸ ਅਗਰਵਾਲ ਬਾਏ ਬਰਥ ਇੰਡੀਅਨ ਹੈ ਅਤੇ ਪਿਛਲੇ 11-12 ਸਾਲਾਂ ਤੋਂ ਉਹ US ਰਹਿ ਰਿਹਾ। ਜੈਕ ਡੋਰਸੀ ਨੂੰ ਲਾ ਕੇ ਟਵਿੱਟਰ ਨੇ ਪਾਰਸ ਅਗਰਵਾਲ ਨੂੰ CEO ਬਣਾਇਆ ਸੀ। ਜੈਕ ਡੋਰਸੀ ਦੀ ਇੰਡੀਅਨ ਸਰਕਾਰ ਨਾਲ ਇੱਕ ਅਵਧੀ ਹਿਸਟਰੀ ਹੈ ਜਿਹਦੇ ਬਾਰੇ ਆਪਾਂ ਵੀਡੀਓ ਦੇ ਐਂਡ 'ਚ ਗੱਲ ਕਰਾਂਗੇ। ਅਤੇ ਇਹ ਵੀ ਹਾਲਾਤ ਲੱਗ ਰਹੇ ਸੀ ਵੀ ਇਲੌਨ ਮਸਕ ਬੋਰਡ ਆਫ ਡਾਇਰੈਕਟਰ 'ਚ ਬੈਠੂਗਾ ਟਵਿੱਟਰ ਦੇ, ਬਟ ਕੁਝ ਕੁ ਦਿਨਾਂ ਬਾਅਦ ਹੀ ਉਹਦਾ ਟਵੀਟ ਆਇਆ ਕਿ ਉਹ ਬੋਰਡ ਆਫ ਡਾਇਰੈਕਟਰ 'ਚ ਨਹੀਂ ਬੈਠ ਰਿਹਾ। ਅਤੇ ਬੋਰਡ ਆਫ ਡਾਇਰੈਕਟਰ ਦੀ ਗੇਮ ਚੇਂਜ ਹੋਣ ਤੋਂ ਬਾਅਦ ਜਦੋਂ ਉਹਨੇ ਆਹ ਚੀਜ਼ ਕਹੀ ਕਿ ਉਹ ਟਵਿੱਟਰ ਨੂੰ 100% ਖਰੀਦਣਾ ਚਾਹੁੰਦਾ ਹੈਗਾ, ਉਦੋਂ ਨਾਲ ਦੀ ਨਾਲ ਹੀ ਜਿਹੜੇ ਟਵਿੱਟਰ ਦੇ ਡਿਫਰੈਂਟ ਸਟੇਕ ਹੋਲਡਰਸ ਨੇ ਉਹਨਾਂ ਦਾ ਆਪਦਾ ਇੱਕ ਰਿਐਕਸ਼ਨ ਆਇਆ। ਇੱਕ ਸਾਊਦੀ ਅਰੇਬੀਆ ਦਾ ਪ੍ਰਿੰਸ ਹੈ ਅਤੇ ਉਹ ਬਹੁਤ ਤਗੜਾ ਬਿਜ਼ਨਸਮੈਨ ਵੀ ਹੈ ਅਤੇ ਉਹ ਬੰਦੇ ਦੇ ਜਿਹੜੇ ਵੱਡੇ ਅਮਰੀਕਨ ਬਿਜ਼ਨਸਿਸ ਨੇ ਉਹਨਾਂ ਨਾਲ ਲਿੰਕ ਵੀ ਨੇ। ਜਦੋਂ ਸਾਊਥੀ ਅਰੇਬੀਆ ਪ੍ਰਿੰਸ ਨੇ ਕਿਹਾ ਕਿ ਮੈਂ ਇਹ ਡੀਲ ਨੂੰ ਰਿਜੈਕਟ ਕਰਦਾ, ਤਾਂ ਇਲੌਨ ਮਸਕ ਨੇ 2 ਹੀ ਸਵਾਲ ਪੁੱਛੇ। ਪਹਿਲਾ ਇਹ ਵੀ ਜਿਹੜੀ ਤੁਹਾਡੀ ਕੰਪਨੀ ਹੈ ਕਿੰਗਡਮ, ਵੀ ਉਹ ਕਿੰਨੇ % ਟਵਿੱਟਰ ਦੇ ਸ਼ੇਅਰ ਓਨ ਕਰਦੀ ਹੈ ਡਾਇਰੈਕਟਲੀ ਅਤੇ ਇਨਡਾਇਰੈਕਟਲੀ। ਅਤੇ ਦੂਸਰਾ ਕੁਐਸਚਨ ਉਹਦਾ ਇਹ ਸੀ ਵੀ ਜਿਹੜੀ ਪੱਤਰਕਾਰਾਂ ਦੀ ਫਰੀਡਮ ਆਫ ਸਪੀਚ ਹੈ ਵੀ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ। ਹੁਣ ਜਿਹੜਾ ਦੂਸਰਾ ਕੁਐਸਚਨ ਹੈ ਇਹ ਬੇਸਿਕਲੀ ਇੱਕ ਸਾਰਕਾਸਟਿਕ ਕੁਐਸਚਨ ਸੀ ਇਲੌਨ ਮਸਕ ਵੱਲੋਂ, ਕਿਉਂਕਿ ਜਿਹੜੀਆਂ ਇਹ ਮੁਸਲਿਮ ਕੰਟਰੀਜ਼ ਨੇ, ਸਾਊਦੀ ਅਰੇਬੀਆ, ਜਿੰਨੀਆਂ ਵੀ ਮਿਡਲ ਈਸਟ 'ਚ ਹੈਗੀਆਂ ਨੇ, ਉੱਥੇ ਜਰਨਲਿਸਟਸ ਨੂੰ ਫਰੀਡਮ ਆਫ ਸਪੀਚ ਹੈ ਨਹੀਂ। ਜਰਨਲਿਸਟ ਕੁਝ ਵੀ ਲਿਖ ਸਕਦੇ ਨੇ, ਦ ਮਿੰਟ ਉਹ ਚੀਜ਼ ਉਹਨਾਂ ਦੀ ਰੋਇਲ ਫੈਮਿਲੀ ਜਾਂ ਸਰਕਾਰ ਦੇ ਖਿਲਾਫ ਹੈ ਤਾਂ ਉਹਦਾ ਰਿਐਕਸ਼ਨ ਸਰਕਾਰਾਂ ਦਾ ਡਿਫਰੈਂਟ ਹੁੰਦਾ। ਅਤੇ ਆਹੀ ਪੁਆਇੰਟ ਇਲੌਨ ਮਸਕ ਦਾ ਹੈਗਾ ਵੀ ਜਿਹੜਾ ਕੰਮ ਟਵਿੱਟਰ ਨੂੰ ਕਰਨਾ ਚਾਹੀਦਾ ਵੀ ਟਵਿੱਟਰ ਦਾ ਕੰਮ ਹੈਗਾ ਪੂਰੀ ਦੁਨੀਆ 'ਚ ਡੈਮੋਕ੍ਰੇਸੀ ਅਤੇ ਫਰੀਡਮ ਨੂੰ ਵਧਾਵਾ ਦੇਣਾ, ਵੀ ਉਹ ਚੀਜ਼ ਟਵਿੱਟਰ ਕਰ ਨਹੀਂ ਪਾ ਰਿਹਾ। ਅਤੇ ਉਹਨੇ ਕਿਹਾ ਕਿ ਅਗਰ 100% ਇੱਕ ਜਣੇ ਦੇ ਅੰਡਰ ਹੋਊਗਾ ਤਾਂ ਉਹ ਇਹ ਚੀਜ਼ਾਂ ਸਕਸੈਸਫੁਲੀ ਕਰ ਸਕਦਾ। ਹੁਣ ਕੁਐਸਚਨ ਇਹ ਹੈ ਵੀ ਇਲੌਨ ਮਸਕ ਇਹੋ ਜਿਹਾ ਕੁਝ ਕਰ ਕਿਉਂ ਰਿਹਾ। ਉਹਦਾ ਜਿਹੜਾ ਮੇਨ ਰੀਜ਼ਨ ਹੈਗਾ ਟਵਿੱਟਰ ਦੇ CEO ਦੀ ਕੁਰਸੀ ਤੋਂ ਜੈਕ ਡੋਰਸੀ ਨੂੰ ਲਾਉਣਾ। ਹੁਣ 2021 'ਚ ਮੋਦੀ ਹੋਰੀ IT ਰੂਲਸ ਲੈ ਕੇ ਆਏ ਸੀ, ਜਿਹਦੇ ਕਰਕੇ ਬਾਕੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ IT ਰੂਲਸ ਮੰਨ ਲਏ ਸੀ। ਸਿਰਫ ਟਵਿੱਟਰ ਦਾ ਜੈਕ ਡੋਰਸੀ ਸੀ ਜਿਹੜਾ ਉਹ ਚੀਜ਼ ਨੂੰ ਲੈ ਕੇ ਮਤਲਬ ਥੋੜ੍ਹੀ ਆਨਾਕਾਨੀ ਕਰ ਰਿਹਾ ਸੀ, ਅਤੇ ਉਹਨੇ ਕੁਝ ਟਾਈਮ ਤੱਕ ਮੋਦੀ ਹੋਰਾਂ ਨਾਲ ਸਿੰਘ ਫਸਾਏ ਵੀ ਰੱਖੇ ਸੀ। ਹੁਣ ਇਹ ਰੂਲਸ ਹੈ ਕੀ ਸੀ, ਇਹ ਰੂਲਸ ਬਾਰੇ ਆਪਾਂ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ। ਪਰ ਪ੍ਰੋਬਲਮ ਕੀ ਸੀ ਕਿ 2021 ਤੱਕ ਫਾਰਮਰ ਪ੍ਰੋਟੈਸਟ ਚੱਲ ਰਿਹਾ ਸੀ, ਅਤੇ ਜਦੋਂ ਵੀ ਗਵਰਨਮੈਂਟ ਦੇ ਖਿਲਾਫ ਕੋਈ ਬੋਲਦਾ ਹੁੰਦਾ ਸੀ ਤਾਂ ਜਿਹੜੇ ਗਵਰਨਮੈਂਟ ਦੇ IT ਸੈੱਲ ਨੇ ਮੋਦੀ ਗਵਰਨਮੈਂਟ ਦੇ, ਉਹ ਕੀ ਕਰਦੇ ਨੇ ਕਿ ਉਹ ਚੀਜ਼ ਨੂੰ ਡਿਫੇਮ ਕਰਨਾ ਸ਼ੁਰੂ ਕਰ ਦਿੰਦੇ ਨੇ। ਤੁਹਾਨੂੰ ਦੱਸ ਦਈਏ ਕਿ 2021 ਤੇ ਸ਼ੁਰੂਆਤ ਤੱਕ ਫਾਰਮਰਸ ਦੇ ਜਾਂ ਪੰਜਾਬ 'ਚੋਂ ਮੇਜਰ ਟਵਿੱਟਰ ਫੋਲੋਅਰਸ ਹੈ ਨਹੀਂ ਸੀਗੇ। ਤਾਂ ਇੱਕ ਬਹੁਤ ਵੱਡਾ ਕੈਂਪੇਨ ਵੀ ਚੱਲਿਆ ਜਿਹਦੇ 'ਚ ਕਿ ਕਿਸਾਨਾਂ ਨੂੰ ਔਰ ਜਿਹੜੇ ਫਾਰਮ ਪ੍ਰੋਟੈਸਟ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਨੂੰ ਟਵਿੱਟਰ 'ਤੇ ਲਿਆਉਣ ਦਾ, ਅਤੇ ਉਹ ਟਵਿੱਟਰ 'ਤੇ ਆਏ ਵੀ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੋਦੀ ਗਵਰਨਮੈਂਟ ਦੇ ਖਿਲਾਫ ਟਵੀਟਸ ਜਾਣ ਲੱਗੇ, ਜਿਹੜੇ ਓਬਵੀਅਸਲੀ ਜਾਣੇ ਸੀ ਕਿਉਂਕਿ ਜਿਹੜਾ ਫਾਰਮਰ ਪ੍ਰੋਟੈਸਟ ਦਾ ਮੇਨ ਰੀਜ਼ਨ ਮੋਦੀ ਗਵਰਨਮੈਂਟ ਵੱਲੋਂ ਲਏ ਗਏ 3 ਫੈਸਲੇ ਸੀ। ਅਤੇ ਉਹ ਚੀਜ਼ ਨੂੰ ਦੇਖਦੇ ਹੋਏ ਮੋਦੀ ਹੋਰੀ 2021 IT ਰੂਲਸ ਲੈ ਕੇ ਆਏ। ਹੁਣ ਉਹ IT ਰੂਲਸ 'ਚ ਮਤਲਬ ਕਿ ਜੈਕ ਡੋਰਸੀ ਨੇ ਪੂਰੇ ਸਿੰਘ ਫਸਾ ਕੇ ਰੱਖੇ, ਅਤੇ ਐਟ ਦੀ ਐਂਡ ਉਹਨਾਂ ਨੇ ਫਿਰ ਮਤਲਬ ਜੈਕ ਡੋਰਸੀ ਨੂੰ ਮੰਨਣਾ ਪਿਆ। ਗੱਲ ਇੱਥੇ ਤੱਕ ਆ ਗਈ ਸੀ ਕਿ ਜਿਹੜਾ ਟਵਿੱਟਰ ਦਾ ਉਸ ਟਾਈਮ ਦਾ MD ਸੀਗਾ ਮਨੀਸ਼ ਮਹੇਸ਼ਵਰੀ, ਉਹਦੇ ਅਰੈਸਟ ਤੱਕ ਦੀ ਮੋਦੀ ਹੋਰਾਂ ਨੇ ਮਤਲਬ ਧਮਕੀ ਦੇਤੀ ਸੀ। ਅਤੇ ਫਿਰ ਟਵਿੱਟਰ ਨੇ ਕੀ ਕਰਿਆ ਕਿ ਉਹਨੂੰ ਬੰਦੇ ਨੂੰ ਮਨੀਸ਼ ਮਹੇਸ਼ਵਰੀ ਨੂੰ ਅਮਰੀਕਾ ਬੁਲਾਇਆ ਅਤੇ ਉੱਥੇ ਇਹਨੂੰ ਕੋਈ ਹੋਰ ਪੋਸਟ ਦੇਤੀ, ਅਤੇ ਉਹ ਪੋਸਟ
ਜਿਹੜੀ ਇੰਡੀਆ ਦੀ ਟਵਿੱਟਰ ਦੀ MD ਦੀ ਪੋਸਟ ਹੈ ਉਹ ਅੱਜ ਵੀ ਖਾਲੀ ਪਈ ਹੈ ਹਜੇ। ਤੇ ਦੂਸਰੀ ਜਿਹੜੀ ਸਾਰਿਆਂ ਨਾਲੋਂ ਵੱਡੀ ਹਸਤੀ ਸੀ ਟਵਿੱਟਰ ਦੀ ਉਹ ਸੀਗੀ ਵਿਜੇ ਗਦੇ। ਉਹਦੇ ਬਾਰੇ ਉਹ ਲੇਡੀ ਬਾਰੇ ਤੁਹਾਨੂੰ ਦੱਸ ਦਈਏ ਕਿ ਉਹਨੇ 2020 'ਚ ਡੋਨਲਡ ਟਰੰਪ ਦਾ ਟਵਿੱਟਰ ਹੈਂਡਲ ਬੈਨ ਕਰਵਾਇਆ ਸੀ। ਉਹ ਹੈਗੀ ਆ ਬਹੁਤ ਤਕੜੀ ਐਡਵੋਕੇਟ ਫਰੀਡਮ ਆਫ ਸਪੀਚ ਦੀ ਤੇ ਡੈਮੋਕ੍ਰੇਸੀ ਦੀ, ਤੇ ਉਹ ਪ੍ਰੋਪਰ ਲਿਬਰਲ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਜੈਕ ਡੋਰਸੀ ਨੂੰ ਲਾ ਕੇ ਪਾਰਸ ਅਗਰਵਾਲ ਨੂੰ ਬਣਾਇਆ। ਹੁਣ ਪਾਰਸ ਅਗਰਵਾਲ ਨੇ ਪਹਿਲਾਂ ਤਾਂ ਇਲੋਨ ਮਸਕ ਦਾ ਵੈਲਕਮ ਕਰਿਆ ਸੀ, ਤੇ ਹੁਣ ਆਲ ਆਫ ਦਾ ਸਡਨ ਉਹ ਜਿਵੇਂ ਜਿਵੇਂ ਟਵੀਟ ਕਰ ਰਿਹਾ ਉਹਦੇ ਮਤਲਬ ਕਿ ਲੋਕਾਂ ਨੂੰ ਹਿੰਟ ਦੇ ਰਿਹਾ ਵੀ ਇਹ ਗਲਤ ਹੋ ਰਿਹਾ, ਇਹ ਗਲਤ ਹੋ ਰਿਹਾ। ਹੁਣ ਇਹਦਾ ਰੀਸੈਂਟਲੀ ਟਵੀਟ ਆਇਆ ਸੀਗੀ ਕਿ ਪਾਰਸ ਅਗਰਵਾਲ ਟਵਿੱਟਰ ਦੇ EMPLOYEES ਨੂੰ ਕਹਿੰਦਾ ਵੀ ਤੁਹਾਨੂੰ ਜਿਹੜਾ ਇਲੋਨ ਮਸਕ ਟੇਕ ਓਵਰ ਦੀ ਗੱਲ ਕਰ ਰਿਹਾ ਵੀ ਉਹ ਚੀਜ਼ ਦੇ ਬੰਦੀ ਰਹਿਣ ਦੀ ਲੋੜ ਨਹੀਂ, ਵੀ ਤੁਹਾਨੂੰ ਉਹ ਚੀਜ਼ ਤੋਂ ਡਰਨ ਦੀ ਲੋੜ ਨਹੀਂ ਇਲੋਨ ਮਸਕ ਤੋਂ। ਟਵਿੱਟਰ ਦੀ ਇੱਕ ਹਿਪੋਕ੍ਰੇਸੀ ਇਹ ਹੈ ਵੀ ਜਦੋਂ ਤਾਂ ਇੰਡੀਆ 'ਚ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੇ ਨੇ ਉਦੋਂ ਤਾਂ ਟਵਿੱਟਰ ਦਾ ਹੋਰ ਪੱਖ ਹੁੰਦਾ। ਜਦੋਂ ਅਮਰੀਕਾ 'ਚ ਹੋਏ ਸੀਗੇ ਤਾਂ ਉਹਨਾਂ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਟਵਿੱਟਰ ਹੈਂਡਲ ਬੈਨ ਕਰਤਾ ਸੀ, ਤੇ ਉਹ ਅੱਜ ਵੀ ਬੈਨਡ ਹੈ, ਚਾਹੇ ਉਹ ਉਹਦੇ ਕੋਲ ਕੁਰਸੀ ਚਲੀ ਗਈ, ਪਰ ਉਹ ਬਹੁਤ ਵੱਡਾ ਸਟੈਪ ਸੀ। ਤੇ ਉਹ ਸਟੈਪ ਇੰਡੀਆ 'ਚ ਟਵਿੱਟਰ ਲੈ ਹੀ ਨਹੀਂ ਸਕਦਾ, ਕਿਉਂਕਿ ਇੰਡੀਆ ਟਵਿੱਟਰ ਵਾਸਤੇ ਬਹੁਤ ਵੱਡੀ ਮਾਰਕੀਟ ਹੈ। ਮਤਲਬ ਜਦੋਂ ਇਹੋ ਜਿਹੀ ਚੀਜ਼ ਦੀ ਗੱਲ ਆਉਂਦੀ ਹੈ ਤਾਂ ਉਹ ਸਿਰਫ ਪੈਸੇ ਬਾਰੇ ਸੋਚਣਗੇ, ਉਹ ਇਹ ਚੀਜ਼ ਦੇਖਣਗੇ ਕਿ ਇੰਡੀਆ 'ਚ ਸਾਡੀ ਕਮਾਈ ਹੈ, ਤੇ ਫਿਰ ਉਹਨਾਂ ਦਾ ਇੰਡੀਆ ਨੂੰ ਲੈ ਕੇ ਰਿਐਕਸ਼ਨ ਡਿਫਰੈਂਟ ਹੁੰਦਾ। ਤੇ ਉਹੀ ਚੀਜ਼ ਹੈ ਜਿਹੜੀ ਉਹੀ ਹਿਪੋਕ੍ਰੇਸੀ ਦੀ ਇਲੋਨ ਮਸਕ ਗੱਲ ਕਰਦਾ ਵੀ ਇੱਕ ਕੰਟਰੀ 'ਚ ਤੁਸੀਂ ਡਿਫਰੈਂਟ ਬਿਹੇਵ ਕਰਦੇ ਹੋ, ਦੂਸਰੀ ਕੰਟਰੀ 'ਚ ਤੁਸੀਂ ਡਿਫਰੈਂਟ ਬਿਹੇਵ ਕਰਦੇ ਹੋ। ਇਲੋਨ ਮਸਕ ਵਰਸਸ ਟਵਿੱਟਰ ਦਾ ਐਂਡ ਕੀ ਹੋਊ ਇਹ ਤਾਂ ਹੁਣ ਟਾਈਮ ਹੀ ਦੱਸੂਗਾ, ਪਰ ਰੀਸੈਂਟਲੀ ਉਹਦਾ ਟਵੀਟ ਸੀਗਾ ਕਿ ਜੇ ਇਹਨਾਂ ਨੇ ਆਹ ਤਰੀਕੇ ਨਾਲ ਟਵਿੱਟਰ 100% ਮੈਨੂੰ ਨਾ ਦਿੱਤਾ ਤਾਂ ਮੇਰੇ ਕੋਲ ਪਲਾਨ B ਵੀ ਹੈਗਾ। ਤੇ ਹੁਣ ਪਲਾਨ B ਕੀ ਹੋਊਗਾ ਉਹ ਤਾਂ ਹੁਣ ਮਤਲਬ ਆਉਣ ਵਾਲੇ ਟਾਈਮ 'ਚ ਹੀ ਪਤਾ ਲੱਗੂ। ਫਿਲਹਾਲ ਤਾਂ ਟਵਿੱਟਰ ਜਿਹੜਾ ਉਹਦਾ ਆਫਰ ਆ ਉਹ ਕੰਸੀਡਰ ਕਰ ਰਿਹਾ, ਤੇ ਡਿਫਰੈਂਟ ਲੋਕਾਂ ਨੇ ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਨੇ ਇਹ ਵੀ ਕਿਹਾ ਵੀ ਬੋਰਡ ਆਫ ਡਾਇਰੈਕਟਰਸ ਇਹ ਫੈਸਲਾ ਨਹੀਂ ਲੈ ਸਕਦੇ, ਇਹ ਫੈਸਲਾ ਸਟੇਕ ਹੋਲਡਰਸ ਦਾ ਹੈ ਜਿਹੜੇ ਐਕਚੁਅਲੀ ਟਵਿੱਟਰ ਦੇ ਮਾਲਕ ਨੇ।